ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੇਹੱਦ ਗਰਮੀ ਪਈ ਹੈ। ਮੌਸਮ ਵਿਭਾਗ ਨੇ ਜੋ ਅੰਦਾਜ਼ਾ ਪੇਸ਼ ਕੀਤਾ ਹੈ ਉਹਦੇ ਮੁਤਾਬਕ ਭਲਕ ਤੱਕ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਹੈ। ਪਰ ਪਿਛਲੇ 2 ਹਫ਼ਤਿਆਂ ਤੋਂ ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ। ਇਉਂ ਲੱਗਦਾ ਲੂ ਦੇ ਕਰਕੇ ਵੀ ਬੰਦੇ ਨੇ ਝੁਲਸੀ ਜਾਣਾ। ਇਸ ਤਾਪਮਾਨ ਦੇ ਵਿੱਚ, ਇੰਨੀ ਤੱਤੀ ਹਵਾ ਦੇ ਵਿੱਚ, ਸੂਰਜ ਦੀ ਇਸ ਤਰੀਕੇ ਨਾਲ ਤਪਦੀ ਟਿੱਕੀ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਸੱਚੀ ਮੁੱਚੀ ਸੱਚੇ ਦਿਲੋਂ ਸਲਾਮ ਕਰਨੀ ਬਣਦੀ ਹੈ। ਭਾਵੇਂ ਉਹ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਆ, ਭਾਵੇਂ ਉਹ ਪੈੜ ਦੇ ਉੱਤੇ ਖੜ੍ਹ ਕੇ ਕੰਮ ਕਰਨ ਵਾਲੇ ਆ, ਭਾਵੇਂ ਰੇਹੜੀ ਲਾਉਣ ਵਾਲੇ ਆ, ਫੜੀਆਂ ਲਾਉਣ ਵਾਲੇ ਆ, ਕੋਈ ਵੀ ਕੰਮ ਕਰਦੇ ਆ, ਉਹਨਾਂ ਲੋਕਾਂ ਨੂੰ, ਉਹਨਾਂ ਕਿਰਤੀਆਂ ਨੂੰ ਲੱਖ ਵਾਰ ਸਲਾਮ ਕਰਨੀ ਬਣਦੀ ਹੈ। ਸੋ ਮੀਂਹ ਦੀ ਇਸ ਵਕਤ ਬਹੁਤ ਜ਼ਰੂਰਤ ਹੈ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਕਿਉਂਕਿ ਝੋਨਾ ਜਿਹੜਾ ਉਹ ਲੱਗ ਚੁੱਕਿਆ। ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਕਿਸਾਨ। ਬਿਜਲੀ ਆ ਜਾਂਦੀ ਹੈ, ਚਲੀ ਜਾਂਦੀ ਆ। 8 ਘੰਟੇ ਬਿਜਲੀ ਆਉਣ ਦੇ ਨਾਲ ਵੀ ਕਿਸਾਨੀ ਦਾ ਪੂਰਾ ਨਹੀਂ ਪੈਂਦਾ। ਇਸ ਕਰਕੇ ਜੇਕਰ ਮੀਂਹ ਪਵੇ ਤਾਂ ਹੋ ਸਕਦਾ ਵੀ ਭਾਈ ਲੋਕਾਂ ਦੀ ਰਾਹਤ ਤਾਂ ਮਿਲੀ ਗਰਮੀ ਤੋਂ, ਉਹਨਾਂ ਨੂੰ ਇਸ ਵਕਤ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਤੋਂ ਵੀ ਥੋੜ੍ਹੇ ਕੁ ਚਿਰ ਦੇ ਲਈ ਰਾਹਤ ਜ਼ਰੂਰ ਮਿਲੂਗੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈ ਕਿਸਾਨ ਅੰਦੋਲਨ ਨਾਲ ਸੰਬੰਧਿਤ, ਪਰ ਉਸ ਤੋਂ ਪਹਿਲਾਂ ਇੱਕ ਦਰਦਨਾਕ ਤਸਵੀਰ ਦੀ ਗੱਲ ਕਰਨੀ ਬਣਦੀ ਹੈ। ਭਾਰਤ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਹੁੰਦਾ ਜਿਹੜਾ ਕਿ ਅੰਦਰੇ ਨੂੰ ਕੁਰੇਦ ਕੇ ਰੱਖ ਜਾਂਦਾ ਹੈ। ਅੱਜ ਮੈਂ ਤੇਲੰਗਾਨਾ ਦੇ ਵਿੱਚ ਇੱਕ ਤਸਵੀਰ ਦੇਖੀ। ਤੇਲੰਗਾਨਾ ਦੀ ਤਸਵੀਰ ਆ ਉਹਦੇ ਵਿੱਚ ਬਲਦ ਦੀ ਥਾਂ ਦੇ ਉੱਤੇ ਪੰਜਾਲੀ ਦੇ ਵਿੱਚ ਆਪ ਜੁੜੇ ਹੋਏ ਆ 2 ਨੌਜਵਾਨ। ਇੱਕ ਦਾ ਨਾਂ ਹੈਗਾ ਬਾਬੂ ਦਾਸ, ਦੂਜੇ ਦਾ ਨਾਂ ਹੈਗਾ ਸ਼੍ਰੀਨਿਵਾਸ। ਦੋਵੇਂ ਜਣੇ ਸਕੇ ਭਰਾ ਤੇ ਦੋਵਾਂ ਦੀ ਲੋਕਡਾਊਨ ਦੇ ਵਿੱਚ ਨੌਕਰੀ ਛੁੱਟ ਗਈ ਆ। ਜਿਹੜਾ ਬਾਬੂ ਦਾਸ ਆ ਇਹਨੇ MA ਵੀ ਕੀਤੀ ਆ, ਇਹਨੇ BEd ਵੀ ਕੀਤੀ ਆ। ਇਹ ਅਧਿਆਪਕ ਦੇ ਤੌਰ ਦੇ ਉੱਤੇ ਲੰਮੇ ਸਮੇਂ ਤੋਂ ਪੜ੍ਹਾਉਂਦਾ ਰਿਹਾ, ਪਰ ਲੋਕਡਾਊਨ ਦੇ ਕਰਕੇ ਸਕੂਲ ਬੰਦ ਹੋ ਗਏ, ਪ੍ਰਾਈਵੇਟ ਨੌਕਰੀ ਸੀ, ਇਸ ਕਰਕੇ ਸਭ ਕੁਝ ਛੁੱਟ ਗਿਆ ਤੇ ਸ਼ਹਿਰ ਨੂੰ ਛੱਡ ਕੇ ਉਹ ਪਿੰਡ ਦੇ ਵਿੱਚ ਆ ਗਿਆ। ਇਸੇ ਤਰੀਕੇ ਨਾਲ ਗ੍ਰੈਜੂਏਸ਼ਨ ਕੀਤੀ ਹੋਈ ਹੈ ਸ਼੍ਰੀਨਿਵਾਸ ਨੇ, ਸਕੇ ਭਰਾ ਨੇ, ਉਹਦੀ ਵੀ ਨੌਕਰੀ ਛੁੱਟ ਗਈ ਆ। ਉਹ ਕੰਪਿਊਟਰ ਆਪਰੇਟਰ ਦਾ ਕੰਮ ਕਰਦਾ ਸੀ, ਉਹ ਵੀ ਆਪਦੇ ਪਿੰਡ ਪਹੁੰਚ ਗਿਆ। ਇਹਨਾਂ ਦੋਹਾਂ ਜਾਣਿਆਂ ਨੂੰ ਇੰਨੀ ਮੁਸ਼ੱਕਤ ਕਰਨੀ ਪੈ ਰਹੀ ਆ ਵੀ ਪੁੱਛੋ ਕੁਛ ਨਾ। ਇਹ ਕਿਉਂ ਪੰਜਾਲੀ ਦੇ ਵਿੱਚ ਆਪ ਜੁੜਿਆ ਬਲਦਾਂ ਨੂੰ ਜੋੜਨ ਦੀ ਥਾਂ ਦੇ ਉੱਤੇ? ਕਿਉਂਕਿ ਇਹਨਾਂ ਦੇ ਬਲਦਾਂ ਦੀ ਜੋੜੀ ਆ ਜਿਹੜੀ ਉਹਦੀ ਮੌਤ ਹੋ ਗਈ, ਉਹ ਮਰ ਗਏ ਇਹਨਾਂ ਦੇ ਬਲਦ। ਨਵੇਂ ਬਲਦ ਲੈਣ ਜੋਗੇ ਇਹਨਾਂ ਦੇ ਕੋਲੇ ਪੈਸੇ ਹੈ ਨਹੀਂ। ਗੁਰਬਤ ਇੰਨੀ ਆ ਵੀ ਪੁੱਛੋ ਕੁਛ ਨਾ। ਇਸ ਕਰਕੇ ਬਾਪੂ ਆ ਜਿਹੜਾ ਖੇਤ ਨੂੰ ਵਾਹੁੰਦਾ ਤੇ ਬਲਦਾਂ ਦੀ ਥਾਂ ਦੇ ਉੱਤੇ ਦੋਵੇਂ ਪੁੱਤ ਜੁੜਦੇ ਆ। ਤੇ ਇਹ ਭਾਰਤ ਦੇ ਵਿੱਚ ਕਿਰਤੀਆਂ ਦੀ, ਕਿਸਾਨਾਂ ਦੀ ਅੱਜ ਦੀ ਹਾਲਤ ਨੂੰ ਬਿਆਨ ਕਰਦੀ ਅਸਲ ਤਸਵੀਰ ਹੈ। ਕੱਲ੍ਹ ਨੂੰ ਕੋਈ ਉੱਠ ਕੇ ਇਹ ਵੀ ਗੱਲ ਕਹਿ ਦੇਵੇ ਵੀ ਭਾਈ ਬਾਬੂ ਦਾਸ ਤੇ ਸ਼੍ਰੀਨਿਵਾਸ ਆ ਜਿਹੜੇ, ਇਹ ਤਾਂ ਅੱਤਵਾਦੀ ਹਨ, ਇਹ ਤਾਂ ਜੀ ਮਾਓਵਾਦੀ ਹਨ, ਇਹ ਤਾਂ ਜੀ ਨਕਸਲੀ ਹਨ, ਇਹ ਤਾਂ ਜੀ ਫੰਡੀਆਂ ਵਾਲੇ ਹਨ, ਤਾਂ ਲੱਖ ਲਾਹਨਤ ਹੋਊਗੀ ਉਹਨਾਂ ਲੋਕਾਂ ਨੂੰ। ਇਹ ਭਾਰਤ ਦੇ ਕਿਸਾਨਾਂ ਦਾ ਇੱਕ ਨਮੂਨਾ। ਇਹ ਭਾਰਤ ਦੇ ਉਹ ਕਿਸਾਨ ਆ ਜਿਨ੍ਹਾਂ ਦੇ ਕੋਲੇ ਥੋੜ੍ਹਾ ਹੀ ਥੋੜ੍ਹਾ, ਜਿਨ੍ਹਾਂ ਦੇ ਕੋਲੇ ਆਮਦਨ ਦੇ ਸਰੋਤ ਨਹੀਂ। ਇਹਨਾਂ ਦੇ ਕੋਲੇ ਵੀ ਆਮਦਨ ਦੁੱਗਣੀ ਹੋ ਸਕਦੀ ਹੈ। ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੇ ਮੰਤਰੀ ਕਹਿੰਦੇ ਆ ਕਿ ਅਸੀਂ ਭਾਈ ਕਾਨੂੰਨ ਬਣਾ ਕੇ ਤੇ ਆਮਦਨ ਦੁੱਗਣੀ ਕਰਨ ਲੱਗੇ ਆ, ਕਿ ਇਹਨਾਂ ਨੂੰ ਉਸ ਦੁੱਗਣੀ ਆਮਦਨ ਦਾ ਚਾਅ ਨਹੀਂ ਹੋਊਗਾ? ਇਹ ਬਲਦ ਨਹੀਂ ਲੈ ਸਕੇ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਕੋਲੇ 55,000 ਰੁਪਈਆ ਤਾਂ ਹੈਗਾ, ਪਰ ਚੰਗੇ ਬਲਦਾਂ ਦੀ ਜੋੜੀ 80,000 ਰੁਪਏ ਤੋਂ ਘੱਟ ਨਹੀਂ ਆਉਂਦੀ। ਇਸ ਕਰਕੇ ਅਸੀਂ ਆਪਦਾ ਖੇਤ ਆਪਦੇ ਮੋਢਿਆਂ ਦੇ ਉੱਤੇ ਪੰਜਾਲੀ ਰੱਖ ਕੇ ਤੇ ਫੇਰ ਵਾਹੁਣ ਦਾ ਫੈਸਲਾ ਕਰ ਲਿਆ। ਤੇ ਬਾਪੂ ਇਹਨਾਂ ਦਾ ਪਿੱਛੇ ਖੜ ਕੇ ਕੰਮ ਕਰਦਾ, ਯਾਨੀ ਕਿ ਉਹਨੇ ਹਲ ਨੂੰ ਹੱਥ ਪਾਇਆ ਹੁੰਦਾ ਤੇ ਇਹ ਬਲਦਾਂ ਦੀ ਥਾਂ ਦੇ ਉੱਤੇ ਜੁੜਦੇ ਆ। ਤਸਵੀਰ ਸੱਚੀ ਮੁੱਚੀ ਬੜੀ ਦਰਦਨਾਕ ਸੀਗੀ। ਮੈਨੂੰ ਕਾਫੀ ਕੁਝ ਸੋਚਣ ਦੇ ਲਈ ਮਜਬੂਰ ਹੋਣਾ ਪਿਆ। ਤੇਲੰਗਾਨਾ ਦੇ ਨਾਲ ਸੰਬੰਧਿਤ ਇਹ ਖਬਰ ਹੈਗੀ ਆ। ਜਿਹੜੀ ਪਹਿਲੀ ਵੱਡੀ ਖਬਰ ਅੱਜ ਦੀ ਉਹ ਹੈਗੀ ਜਿਹੜੀ ਕਿਸਾਨ ਅੰਦੋਲਨ ਦੀ। ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਦੇ ਇੱਕ ਬਿਆਨ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਛੇੜ ਦਿੱਤੀ ਹੈ। ਗੁਰਨਾਮ ਸਿੰਘ ਚੜੂਨੀ ਨੇ 2 ਟੋਕੇ ਗੱਲ ਕਹੀ ਹੈ ਕਿ ਅਸੀਂ, ਖਾਸ ਕਰਕੇ ਪੰਜਾਬ ਦੇ ਕਿਸਾਨ ਆ ਜਿਹੜੇ, ਉਹ ਵਾਰ-ਵਾਰ ਕਿਸੇ ਨਾ ਕਿਸੇ ਨੂੰ ਵੋਟਾਂ ਪਾਉਂਦੇ ਆ। ਅਸੀਂ ਵੀ ਵੋਟਾਂ ਪਾਉਂਦੇ, ਸਾਰੇ ਹੀ ਪਾਉਂਦੇ, ਵੱਖ-ਵੱਖ ਸੂਬਿਆਂ ਦੇ ਲੋਕ ਪਾਉਂਦੇ ਆ। ਪਰ ਕਿਉਂਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੁਣ ਸਿਰ ਦੇ ਉੱਤੇ 6-7 ਮਹੀਨਿਆਂ ਬਾਅਦ, ਇਸ ਕਰਕੇ ਇਹ ਗੱਲ ਕਹਿਣ ਦੀ ਥਾਂ ਦੇ ਉੱਤੇ ਕਿ BJP ਨੂੰ ਵੋਟਾਂ ਨਾ ਪਾਓ, ਕਿਸਾਨ ਆਗੂਆਂ ਨੂੰ ਇਹ ਚਾਹੀਦਾ ਜੀ ਕਿ ਉਹ ਆਪਣੀ ਰਾਜਨੀਤਿਕ ਪਾਰਟੀ ਬਣਾ ਕੇ ਤੇ ਪੰਜਾਬ ਦੇ ਵਿੱਚ ਚੋਣਾਂ ਲੜਨ। ਹੁਣ ਇਸ ਗੱਲ ਦੇ ਉੱਤੇ ਬਹੁਤ ਵੱਡਾ ਪੁਆੜਾ ਪੈ ਗਿਆ। ਮਨੋਹਰ ਲਾਲ ਖੱਟੜ ਹੋਰੀ ਕਹਿੰਦੇ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਰਾਜਨੀਤਿਕ ਮਨਸੂਬਿਆਂ ਦੇ ਤਹਿਤ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ। ਇਹ ਕੋਈ ਕਿਸਾਨੀ ਦੇ ਭਲੇ ਵਾਸਤੇ ਨਹੀਂ ਬੈਠੇ, ਇਹ ਤਾਂ MLA ਬਣਨ ਵਾਸਤੇ ਬੈਠੇ ਆ, ਇਹ ਤਾਂ ਰਾਜਨੀਤਿਕ ਮਨੋਰਥ ਪੂਰੇ ਕਰਨ ਵਾਸਤੇ ਬੈਠੇ ਆ। ਤੇ ਅੱਜ ਹਰਜੀਤ ਗਰੇਵਾਲ ਨੂੰ ਫੇਰ ਗੱਲ ਕਰਨ ਦਾ ਮੌਕਾ ਮਿਲ ਗਿਆ। ਉਹ ਕਹਿੰਦਾ ਜੀ ਅਸਲ ਦੇ ਵਿੱਚ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕਰੋੜਾਂ ਅਰਬਾਂ ਰੁਪਈਆ ਲੋਕਾਂ ਨੇ ਦਾਨ ਦੇ ਰੂਪ ਦੇ ਵਿੱਚ ਦਿੱਤਾ ਤੇ ਇਹਨਾਂ ਦੇ ਮਨਸ਼ੇ ਕੁਝ ਹੋਰ ਹੈ। ਯਾਨੀ ਕਿ ਇੱਕ ਬਿਆਨ ਦੇ ਕਰਕੇ, ਗੁਰਨਾਮ ਸਿੰਘ ਚੜੂਨੀ ਦੇ ਇੱਕ ਬਿਆਨ ਦੇ ਕਰਕੇ, ਉਹਦੇ ਵੱਲੋਂ ਆਪਣੇ ਵਿਚਾਰ ਪ੍ਰਗਟ ਕਰਨ ਦੇ ਕਰਕੇ ਤੇ ਬਹੁਤ ਸਾਰੇ ਲੋਕਾਂ ਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ। ਪਰ ਬਾਅਦ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇਸ ਬਿਆਨ ਦੇ ਉੱਤੇ ਸਫਾਈ ਵੀ ਦਿੱਤੀ ਹੈ। ਜੇ ਅੱਜ ਕੋਈ ਬੰਦਾ ਤੁਹਾਨੂੰ ਇਹ ਗੱਲ ਕਹਿ ਦੇਵੇ
ਵੀ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ, ਜਾਂ ਕੋਈ ਬੰਦਾ ਮੈਨੂੰ ਇਹ ਗੱਲ ਕਹਿ ਦੇਵੇ ਕਿ ਮੈਨੂੰ ਚੋਣ ਲੜਨੀ ਚਾਹੀਦੀ ਹੈ, ਲੜਨੀ ਨਾ ਲੜਨੀ ਤੁਹਾਡੀ ਆਪਣੀ ਮਰਜ਼ੀ ਹੈ, ਮੇਰੀ ਆਪਣੀ ਮਰਜ਼ੀ ਹੈ, ਪਰ ਆਪਾਂ ਰਾਏ ਦੇਣ ਵਾਲੇ ਦੇ ਆਧਾਰ ਦੇ ਉੱਤੇ ਇਹ ਗੱਲ ਥੋੜ੍ਹੀ ਕਹਿ ਸਕਦੇ ਹਾਂ ਕਿ ਇਹ ਤਾਂ ਬੰਦੇ ਬਹੁਤ ਮਾੜੇ ਹਨ, ਇਹ ਤਾਂ ਵਿਕ ਗਏ ਹਨ, ਸਾਨੂੰ ਪਹਿਲਾਂ ਹੀ ਪਤਾ ਸੀ ਇਹ ਤਾਂ ਇੱਦਾਂ ਕਰਦੇ ਹਨ। ਮਤਲਬ ਇਹ ਆ ਵੀ ਜੇਕਰ ਕਿਸੇ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ਉਹਨੂੰ ਵੀ ਇਸ ਵਕਤ ਟੁੱਟ ਕੇ ਪੈ ਜਾਂਦੇ ਭਾਰਤ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੇਤਾ। ਦੁੱਖ ਇਸ ਗੱਲ ਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਹਰਿਆਣੇ ਦੇ ਸਰਗਰਮ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਲੰਘੇ ਕੱਲ੍ਹ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਪੰਜਾਬ ਤੇ ਪੂਰੇ ਭਾਰਤ ਦੇ ਵੱਖ-ਵੱਖ ਰਾਜਨੀਤਿਕ ਲੋਕਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਨੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਗੂਆਂ ਨੂੰ ਆਪਣੀ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ। ਜਦੋਂ ਅਸੀਂ ਇਸ ਵਕਤ ਰਾਜਨੀਤਿਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਾਂ ਤਾਂ ਕਿਉਂ ਨਾ ਕਿਸਾਨਾਂ ਵੱਲੋਂ ਆਪਣੇ ਹੀ ਲੋਕ ਵਿਧਾਨ ਸਭਾ ਦੇ ਵਿੱਚ ਭੇਜੇ ਜਾਣ। ਜਦੋਂ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੀਆਂ ਆਪਣੀਆਂ ਸਰਕਾਰਾਂ ਹੋਣਗੀਆਂ ਤਾਂ ਕੇਂਦਰ ਦੇ ਵੱਲੋਂ ਵੀ ਕੋਈ ਜ਼ਬਰਦਸਤੀ ਬਿੱਲ ਨਹੀਂ ਪਾਸ ਕੀਤੇ ਜਾਣਗੇ, ਕੋਈ ਵੀ ਕਾਨੂੰਨ ਨਵੇਂ ਨਹੀਂ ਬਣਾਏ ਜਾ ਸਕਣਗੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਸਿਰਫ ਇਸ ਗੱਲ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਕਿ ਬੀਜੇਪੀ ਨੂੰ ਵੋਟ ਨਾ ਪਾਓ। ਮਸਲੇ ਉਦੋਂ ਹੱਲ ਹੋਣਗੇ ਜਦੋਂ ਅਸੀਂ ਵੋਟਾਂ ਦੇ ਵਿੱਚ ਖੁਦ ਖੜ ਕੇ ਤੇ ਫਿਰ ਇਹਨਾਂ ਰਵਾਇਤੀ ਪਾਰਟੀਆਂ ਨੂੰ ਭਾਂਜ ਦੇਵਾਂਗੇ। ਉਹਨਾਂ ਦੇ ਇਸ ਬਿਆਨ ਦੇ ਉੱਤੇ ਮਨੋਹਰ ਲਾਲ ਖੱਟੜ ਤੋਂ ਲੈ ਕੇ ਪੰਜਾਬ ਦੇ ਕਈ ਬੀਜੇਪੀ ਦੇ ਆਗੂਆਂ ਤੋਂ ਲੈ ਕੇ ਹੋਰ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਰਾਜਨੀਤੀ ਦੇ ਵਿੱਚ ਪੈਰ ਧਰਨਾ ਮਾੜੀ ਗੱਲ ਕਿਹੜੇ ਪਾਸਿਓਂ, ਇਸ ਗੱਲ ਦੀ ਸਮਝ ਨਹੀਂ ਆਈ। ਜੇਕਰ ਅੱਜ ਬੀਜੇਪੀ ਦੇ ਆਗੂ ਇਹ ਗੱਲ ਕਹਿੰਦੇ ਆ ਕਿ ਕਿਸਾਨ ਆਗੂ ਜੇਕਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਂਦੇ ਆ ਤਾਂ ਇਹ ਇੱਕ ਬਹੁਤ ਮਾੜੀ ਗੱਲ ਹੋਊਗੀ। ਇਹਨਾਂ ਦਾ ਸਾਨੂੰ ਪਤਾ ਹੀ ਸੀ ਕਿ ਇਹਨਾਂ ਨੇ ਮਨਸੂਬੇ ਕੀ ਹੈ। ਤਾਂ ਬੀਜੇਪੀ ਦੇ ਤੇ ਬਹੁਤ ਸਾਰੇ ਵੱਖ-ਵੱਖ ਹੋਰ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਦੇ ਉੱਤੇ ਅਪਰਾਧਿਕ ਪਰਚੇ ਵੀ ਦਰਜ ਹੈ, ਅਪਰਾਧਿਕ ਮਾਮਲੇ ਦਰਜ ਹੈ। ਪਾਰਲੀਮੈਂਟ ਦੇ ਵਿੱਚ ਬੈਠੇ ਕਿੰਨੇ ਫੀਸਦੀ ਲੋਕਾਂ ਦੇ ਉੱਤੇ ਪਰਚੇ ਦਰਜ ਹੈ। ਇਹਦੇ ਬਾਬਤ ਜੇਕਰ ਰਿਕਾਰਡ ਕੱਢ ਕੇ ਦੇਖਿਆ ਜਾਵੇ ਤਾਂ ਹੈਰਾਨ ਰਹਿ ਜਾਂਦਾ ਹਰ ਕੋਈ ਵੀ ਇਹਨਾਂ ਲੋਕਾਂ ਨੂੰ ਅਸੀਂ ਵੋਟਾਂ ਪਾਉਂਦੇ ਰਹੇ ਹਾਂ। ਸੋ ਕਿਸੇ ਨੇ ਕਿਸੇ ਪਾਰਟੀ ਦੇ ਵਿੱਚ ਜਾਣਾ, ਕਿਸੇ ਨੇ ਕਿਸੇ ਪਾਰਟੀ ਵਿੱਚ ਨਹੀਂ ਜਾਣਾ, ਇਹ ਉਸ ਵਿਅਕਤੀ ਦੀ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਹੋ ਸਕਦੀ ਹੈ। ਪਰ ਕੱਲ੍ਹ ਡਾਕਟਰ ਦਰਸ਼ਨਪਾਲ ਹੋਰਾਂ ਦੇ ਵੱਲੋਂ ਇਸ ਮਾਮਲੇ ਤੇ ਸਫਾਈ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਸੰਯੁਕਤ ਕਿਸਾਨ ਮੋਰਚਾ ਖਾਸ ਕਰਕੇ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ 31-32 ਉਹਨਾਂ ਦੇ ਵੱਲੋਂ ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਤੋਂ ਖੁਦ ਨੂੰ ਅੱਡ ਕੀਤਾ ਜਾਂਦਾ। ਸਾਡਾ ਕੋਈ ਮਨੋਰਥ ਨਹੀਂ ਕਿ ਅਸੀਂ ਹੁਣੇ ਰਾਜਨੀਤਿਕ ਪਾਰਟੀ ਬਣਾਈਏ, ਸਾਡਾ ਕੋਈ ਮਨੋਰਥ ਨਹੀਂ ਕਿ ਅਸੀਂ ਪੰਜਾਬ ਦੀਆਂ ਚੋਣਾਂ ਲੜੀਏ। ਸਾਡਾ ਪਹਿਲ ਪਲੱਕੜਾ ਮਨੋਰਥ ਇੱਕੋ ਹੀ ਹੈ ਕਿ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾਵੇ, MSP ਦੀ ਲਿਖਤੀ ਤੌਰ ਤੇ ਗਰੰਟੀ ਦਿੱਤੀ ਜਾਵੇ। ਉਸ ਤੋਂ ਬਾਅਦ ਕੋਈ ਵਿਚਾਰ ਕੀਤਾ ਜਾਊਗਾ ਕਿ ਸਾਨੂੰ ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਤੇ ਕਿਹੜੇ ਪਾਸੇ ਨੂੰ ਨਹੀਂ। ਉਹ ਵੀ ਸਾਰਿਆਂ ਦੀ ਸਹਿਮਤੀ ਦੇ ਨਾਲ ਹੋਊਗਾ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੋਊਗਾ ਕਿ ਜੀ ਇੱਕ ਜਣਾ ਫਲਾਣੀ ਪਾਰਟੀ ਦੇ ਵਿੱਚ ਜਾਊਗਾ ਜਾਂ ਇੱਕ ਜਣੇ ਨੇ ਫਲਾਣੀ ਪਾਰਟੀ ਦੀ ਹਮਾਇਤ ਕਰਤੀ, ਦੂਜੇ ਨੇ ਫਲਾਣੀ ਦੀ ਕਰਤੀ, ਜਾਂ ਅਸੀਂ ਰਾਜਨੀਤਿਕ ਪਾਰਟੀ ਆਪਣੀ ਬਣਾ ਕੇ ਬਹਿ ਜਾਈਏ। ਮੈਨੂੰ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਵੀ ਜੇਕਰ ਅੱਜ ਕਿਸਾਨ ਆਗੂ ਆਪਣੀ ਪਾਰਟੀ ਬਣਾ ਲੈਂਦੇ ਆ ਇਹਦੇ ਨਾਲ ਨੁਕਸਾਨ ਕੀ ਆ। ਮੈਂ ਉਹਨਾਂ ਨੂੰ ਆਪਣੀ ਜਿੰਨੀ ਕੁ ਮੇਰੀ ਬੁੱਧੀ ਆ ਉਹਦੇ ਮੁਤਾਬਕ ਉੱਤਰ ਇਹ ਦਿੱਤਾ ਕਿ ਅਸਲ ਦੇ ਵਿੱਚ ਪਾਰਟੀ ਬਣਾਉਣੀ ਕੋਈ ਔਖਾ ਕੰਮ ਵੀ ਨਹੀਂ, ਤੇ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੀ ਚੜ੍ਹਾਈ ਹੈ ਇਹਦੇ ਮੁਤਾਬਕ ਜੇਕਰ ਸੋਚਿਆ ਜਾਵੇ ਤਾਂ ਪਾਰਟੀ ਚਲਾਉਣੀ ਵੀ ਔਖੀ ਨਹੀਂ। ਇਹ ਵੀ ਹੋ ਸਕਦਾ ਵੀ ਕਈ ਥਾਵਾਂ ਦੇ ਉੱਤੇ ਸੀਟਾਂ ਕਿਸਾਨ ਵੀ ਜਿੱਤ ਜਾਣ, ਪਰ ਇਹ ਵੀ ਗੱਲ ਸੋਚਣੀ ਵਿਚਾਰਨੀ ਬਣਦੀ ਆ ਕਿ ਬਾਰਡਰਾਂ ਦੇ ਉੱਤੇ ਅਸੀਂ ਚੋਣ ਲੜਨ ਦੇ ਲਈ ਨਹੀਂ ਬੈਠੇ। ਜੇਕਰ ਅੱਜ ਚੋਣ ਲੜਨ ਦਾ ਐਲਾਨ ਕੀਤਾ ਜਾਂਦਾ, ਨਵੀਂ ਸਿਆਸੀ ਧਿਰ ਖੜੀ ਕੀਤੀ ਜਾਂਦੀ ਹੈ, ਤਾਂ ਜਿਹੜੇ ਕਿਸਾਨ ਬੈਠੇ ਆ ਬਾਰਡਰਾਂ ਦੇ ਉੱਤੇ ਉਹਨਾਂ ਦੇ ਵਿੱਚ ਵੰਡੀਆਂ ਪੈ ਜਾਣੀਆਂ। ਕਿਉਂਕਿ ਅੱਜ ਵੀ ਵੱਖ-ਵੱਖ ਥਾਵਾਂ ਦੇ ਉੱਤੇ ਬੈਠੇ ਹੋਏ ਕਿਸਾਨ ਤੇ ਮਜ਼ਦੂਰ ਨੇ ਜਿਹੜੇ ਉਹ ਵੱਖ-ਵੱਖ ਪਾਰਟੀਆਂ ਦੇ ਨਾਲ ਦਿਲੀ ਤੌਰ ਦੇ ਉੱਤੇ ਜੁੜੇ ਹੋਣਗੇ ਕਈ, ਇਹ ਗੱਲ ਪੱਕੀ ਹੈ। ਜਿਵੇਂ ਕਿਸੇ ਕਲਾਕਾਰ ਨੂੰ ਸੁਣਦੇ ਸਾਰੇ ਹੀ ਹੁੰਦੇ ਆ, ਕਿਸੇ ਫਿਲਮੀ ਕਲਾਕਾਰ ਨੂੰ ਸਾਰੇ ਦੇਖਦੇ ਹੁੰਦੇ ਆ, ਸਾਰੇ ਵਰਗਾਂ ਦੇ ਲੋਕ ਉਹਨੂੰ ਪਿਆਰ ਕਰਦੇ ਆ, ਪਰ ਜਦੋਂ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਉਹਦੇ ਨਾਲ ਸਿਰਫ ਉਹ ਪਾਰਟੀ ਦੇ ਪ੍ਰਸ਼ੰਸਕੀ ਰਹਿ ਜਾਂਦੇ, ਬਾਕੀ ਸਾਰੇ ਟੁੱਟ ਜਾਂਦੇ ਆ। ਉਹ ਕਹਿੰਦੇ ਨਾ ਬਈ ਇਹ ਤਾਂ ਹੁਣ ਕਾਂਗਰਸੀ ਆ, ਆਪਾਂ ਨਹੀਂ ਇਹਨੂੰ ਵਿਆਹ ਦੇ ਪ੍ਰੋਗਰਾਮ ਦੇ ਉੱਤੇ ਸੱਦਣਾ। ਅਕਾਲੀ ਦਲ ਦੇ ਆਗੂ, BJP ਦੇ ਆਗੂ, ਆਮ ਆਦਮੀ ਪਾਰਟੀ ਵਾਲੇ, ਬਸਪਾ ਵਾਲੇ ਉਹਨੂੰ ਚੰਗਾ ਨਹੀਂ ਸਮਝਣਗੇ। ਉਸੇ ਤਰੀਕੇ ਨਾਲ ਅੱਜ ਕਿਸਾਨ ਆ, ਕਿਸਾਨ ਸ਼ਬਦ ਦਾ ਬਹੁਤ ਸਤਿਕਾਰ ਆ ਅੱਜ, ਪਰ ਜੇਕਰ ਕਿਸਾਨ ਇਹ ਗੱਲ ਕਹਿਣਗੇ ਜੀ ਕਿ ਅਸੀਂ ਹੁਣੇ ਰਾਜਨੀਤਿਕ ਪਾਰਟੀ ਬਣਾ ਲੈਂਦੇ ਆ, ਪਰ ਜਿਹੜੇ ਕਿਸਾਨ ਇਸ ਵਕਤ ਅੰਦਰੂਨੀ ਤੌਰ ਦੇ ਉੱਤੇ ਅਕਾਲੀ ਦਲ ਨਾਲ ਜੁੜੇ ਹੋਏ ਆ ਤੇ ਉਹ ਕਹਿਣਗੇ ਜੀ ਕਿ ਅਸੀਂ ਤਾਂ ਇੱਥੇ ਐਵੇਂ ਬੈਠੇ ਆ। ਕੋਈ ਆਮ ਆਦਮੀ ਪਾਰਟੀ ਦਾ ਹਮਾਇਤੀ ਹੋ ਸਕਦਾ, ਉਹ ਕਹੂਗਾ ਜੀ ਕਿ ਅਸੀਂ ਤਾਂ ਐਵੇਂ ਠੱਗੇ ਗਏ ਆ। ਕੋਈ ਕਾਂਗਰਸ ਨਾਲ ਵੀ ਜੁੜਿਆ ਹੋ ਸਕਦਾ, ਕੋਈ ਨਿਰਪੱਖ ਸੋਚ ਵੀ ਰੱਖ ਸਕਦਾ। ਸੋ ਇਹਦੇ ਕਰਕੇ ਵੰਡੀਆਂ ਪੈ ਜਾਣਗੀਆਂ ਤੇ ਇਸੇ ਕਰਕੇ ਕਿਸਾਨ ਆਗੂ ਇਹੋ ਜਿਹਾ ਫੈਸਲਾ ਹਾਲੇ ਨਹੀਂ ਕਰਦੇ। ਪਹਿਲ ਪਲੱਕੜਾ ਸਾਡਾ ਕਦਮ ਇਹੀ ਹੈ ਕਿ ਅਸੀਂ ਉੱਥੇ ਜਾ ਕੇ ਜੋ ਕੁਝ ਸੋਚਿਆ ਸੀ, ਜੋ ਕੁਝ ਅਸੀਂ ਕਰਨ ਦੇ ਲਈ ਬੈਠੇ ਹਾਂ, ਪਹਿਲਾਂ ਉਸ ਮਸਲੇ ਨੂੰ ਹੱਲ ਕੀਤਾ ਜਾਵੇ। ਜੇਕਰ ਉਸ ਮਸਲੇ ਦੇ ਵਿੱਚ ਸਾਨੂੰ ਸਫਲਤਾ ਮਿਲ ਜਾਂਦੀ ਹੈ, ਉਸ ਤੋਂ ਬਾਅਦ ਬਹੁਤ ਸਾਰਾ ਮੌਕਾ ਕੁਝ ਵੀ ਕੀਤਾ ਜਾ ਸਕਦਾ। ਪਰ ਇਹ ਗੱਲ ਸੱਚੀ ਹੈ ਵੀ ਅੱਜ ਮਾਲਵਾ ਖਿੱਤਾ ਖਾਸ ਕਰਕੇ
ਤੇ ਮਾਝੇ ਦੇ ਵਿੱਚ ਵੀ ਹੁਣ ਤਾਂ ਬਹੁਤ ਵੱਡੀ ਸਰਗਰਮੀ ਆ। ਪਰ ਜੇਕਰ ਇਹਨਾਂ ਖੇਤਰਾਂ ਦੇ ਵਿੱਚ ਕਿਸਾਨ ਆਗੂ ਖੜੇ ਹੁੰਦੇ ਆ ਤਾਂ ਹੋ ਸਕਦਾ ਰਾਜਨੀਤਿਕ ਸਮੀਕਰਨ ਬਦਲ ਜਾਣ। ਪਰ ਮੈਂ ਇਹ ਵੀ ਸੋਚਦਾ ਵੀ ਜੇਕਰ ਅੱਜ ਤਾਂ ਹਰਿਆਣੇ ਦੇ, ਯੂਪੀ ਦੇ, ਰਾਜਸਥਾਨ ਦੇ, ਪੰਜਾਬ ਦੇ ਸਾਰੇ ਕਿਸਾਨ ਆਗੂ ਇਕੱਠੇ ਆ, ਪਰ ਜੇਕਰ ਪੰਜਾਬ ਦੇ ਕਿਸਾਨ ਇਹ ਗੱਲ ਕਹਿ ਗਏ ਅਸੀਂ ਆਪਦੀ ਰਾਜਨੀਤਿਕ ਪਾਰਟੀ ਬਣਾਉਣੇ ਆ, ਇਹਦੇ ਵਿੱਚ ਯੂਪੀ ਦਾ ਕੀ ਇੰਟਰਸਟ ਆ, ਇਹਦੇ ਵਿੱਚ ਰਾਜਸਥਾਨ ਦੇ ਸਾਥ ਕਿਉਂ ਦੇਣਗੇ? ਉਹਦੇ ਨਾਲ ਵੰਡੀਆਂ ਪੈਣ ਦੀ ਬਹੁਤ ਵੱਡੀ ਸੰਭਾਵਨਾ ਬਣ ਜਾਣੀ ਆ। ਸੋ ਬਾਕੀ ਵਕਤ ਦੱਸੂ ਰਾਜਨੀਤਿਕ ਮੋੜਾ ਕਿਹੜੇ ਬੰਦੇ ਕਿਵੇਂ ਕੱਟਦੇ ਆ। ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਪੰਜਾਬ ਦੇ ਮੰਤਰੀ ਨੇ ਜਿਹੜੇ ਅਨਿਲ ਜੋਸ਼ੀ, ਉਹਨਾਂ ਦੇ ਵੱਲੋਂ ਜੋ ਸਮੇਂ-ਸਮੇਂ ਦੇ ਉੱਤੇ ਕਿਸਾਨੀ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਗਏ ਆ, ਉਹਦੇ ਕਰਕੇ ਉਹਨਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀਆਂ ਤਿਆਰੀਆਂ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ। ਕਿਉਂਕਿ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਬੀਜੇਪੀ ਦੇ ਵੱਲੋਂ ਜਾਰੀ ਕੀਤਾ ਗਿਆ ਤੇ 2 ਦਿਨ ਦੇ ਅੰਦਰ ਅੰਦਰ ਉੱਤਰ ਦਿੱਤਾ ਜਾਵੇ ਕਿ ਉਹਨਾਂ ਨੇ ਅਨੁਸ਼ਾਸਨਹੀਣਤਾ ਕਿਹੜੀ ਗੱਲੋਂ ਕੀਤੀ ਹੈ, ਉਹਨਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਕਿਹੜੀ ਗੱਲੋਂ ਖੋਲ੍ਹਿਆ, ਉਹ ਕਿਸਾਨੀ ਦੇ ਹੱਕ ਦੇ ਵਿੱਚ ਬੋਲਦੇ ਬੋਲਦੇ ਆਪਣੀ ਪਾਰਟੀ ਦੀ ਭੰਡੀ ਪ੍ਰਚਾਰ ਕਿਉਂ ਕਰਦੇ ਰਹੇ ਆ, ਇਹਦੀ ਬਾਬਤ ਉੱਤਰ ਦਿੱਤਾ ਜਾਵੇ। ਪਰ ਕੱਲ ਅਨਿਲ ਜੋਸ਼ੀ ਨੇ ਵੀ 2 ਟੁਕ ਉੱਤਰ ਦਿੱਤਾ। ਉਹ ਕਹਿੰਦੇ ਜੀ ਕਿ ਮੈਨੂੰ ਥੋੜੀ ਪਾਰਟੀ ਚੋਂ ਕੱਢਣਾ ਚਾਹੀਦਾ, ਮੈਂ ਤਾਂ ਪਾਰਟੀ ਲਈ ਬਹੁਤ ਕੁਝ ਕੀਤਾ, ਪਾਰਟੀ ਚੋਂ ਕੱਢਣਾ ਚਾਹੀਦਾ, ਅਸ਼ਵਨੀ ਸ਼ਰਮਾ ਨੂੰ ਅਸਤੀਫਾ ਉਹਦਾ ਲੈਣਾ ਚਾਹੀਦਾ। ਪਾਰਟੀ ਦੇ ਵਿੱਚ ਜਿੰਨੇ ਵੀ ਸੀਨੀਅਰ ਨੇਤਾ ਜਿਨ੍ਹਾਂ ਦੀ ਹਾਈ ਕਮਾਨ ਦੇ ਨਾਲ, ਜਿਨ੍ਹਾਂ ਦੀ ਕੇਂਦਰ ਦੀ ਸਰਕਾਰ ਦੇ ਮੰਤਰੀਆਂ ਦੇ ਨਾਲ, ਜਿਨ੍ਹਾਂ ਦੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਹਰ ਰੋਜ਼ ਗੱਲ ਹੁੰਦੀ ਜਾਂ ਹਰ ਹਫ਼ਤੇ ਗੱਲ ਹੁੰਦੀ ਹੈ, ਇਹਨਾਂ ਨੇ ਪੰਜਾਬ ਦਾ ਪੱਖ ਸਹੀ ਤਰੀਕੇ ਦੇ ਨਾਲ ਪੇਸ਼ ਹੀ ਨਹੀਂ ਕੀਤਾ ਕੇਂਦਰ ਦੇ ਕੋਲੇ ਜਾ ਕੇ। ਇਹ ਉੱਥੇ ਜਾ ਕੇ ਇੱਕੋ ਗੱਲ ਕਹਿੰਦੇ ਰਹੇ, ਨਹੀਂ ਨਹੀਂ ਕਿਸਾਨ ਤਾਂ ਬੜੇ ਖੁਸ਼ ਹਨ, ਪੰਜਾਬ ਦੇ ਕਿਸਾਨ ਤਾਂ ਆਪਣੇ ਨਾਲ ਹਨ, ਪੰਜਾਬ ਦੇ ਕਿਸਾਨ ਤਾਂ 1 ਸੈਂਟੀਮੀਟਰ ਬਾਹਰ ਨਹੀਂ ਹਨ, ਤੁਸੀਂ ਬੇਫਿਕਰ ਰਹੋ। ਤੇ ਹੌਲੀ ਹੌਲੀ ਇਹ ਕਿਸਾਨ ਅੰਦੋਲਨ ਇਸ ਮੋੜ ਦੇ ਉੱਤੇ ਪਹੁੰਚ ਗਿਆ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ। ਇਹਨਾਂ ਦੀ ਮਿਸਮੈਨੇਜਮੈਂਟ, ਇਹਨਾਂ ਦੇ ਵੱਲੋਂ ਗਲਤ ਸੁਨੇਹੇ ਪਹੁੰਚਾਏ ਗਏ ਤੇ ਕਾਰਵਾਈ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਜਾਂ ਫਿਰ ਮੇਰੇ ਉੱਤੇ ਹੋਣੀ ਚਾਹੀਦੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੇਰੀ ਪੇਸ਼ ਨਹੀਂ ਚੱਲੀ। ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਵੀ ਕੇਂਦਰ ਦੀ ਸਰਕਾਰ ਹੈ ਜਿਹੜੀ, ਉਹ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਕਿਸਾਨੀ ਦੇ ਪੱਖ ਦੇ ਵਿੱਚ ਕੁਝ ਸੋਚੇ। ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਕਿ MSP ਦਾ ਮੁੱਦਾ ਹੱਲ ਕੀਤਾ ਜਾਵੇ। ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਵੀ ਪਾਰਟੀ ਤੱਕ ਸਹੀ ਜਾਣਕਾਰੀ ਪਹੁੰਚਾਈ ਜਾਵੇ, ਹਾਈ ਕਮਾਨ ਤੱਕ, ਪਰ ਮੇਰੀ ਪੇਸ਼ ਨਹੀਂ ਚੱਲੀ, ਜਿਹਦੇ ਕਰਕੇ ਜਿਨ੍ਹਾਂ ਦੀ ਪੇਸ਼ ਚੱਲੀ ਉਹਨਾਂ ਨੇ ਗਲਤ ਜਾਣਕਾਰੀ ਦਿੱਤੀ। ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਹਰਜੀਤ ਗਰੇਵਾਲ ਹੋਰੀ ਤਾਂ ਕਿਸਾਨਾਂ ਨੂੰ ਅੱਤਵਾਦੀ ਵੀ ਕਹਿੰਦੇ ਆ, ਜਾਂ ਉਹ ਖਾਲਿਸਤਾਨੀ ਵੀ ਕਹਿੰਦੇ ਆ, ਜਾਂ ਉਹ ਕੋਈ ਹੋਰ ਸ਼ਬਦਾਂ ਦੇ ਨਾਲ ਵੀ ਸੰਬੋਧਨ ਕਰਦੇ ਆ, ਉਹ ਕਹਿੰਦੇ ਵੀ ਅਸਲ ਦੇ ਵਿੱਚ ਹਰਜੀਤ ਗਰੇਵਾਲ ਦੀ ਬੋਲਬਾਣੀ ਦੇ ਕਰਕੇ ਹੀ ਸਾਡੀਆਂ ਬੀਜੇਪੀ ਦੇ ਆਗੂਆਂ ਦੀਆਂ 70% ਦੀਆਂ ਸਮੱਸਿਆਵਾਂ ਵਧੀਆਂ। ਇਹ ਤਾਂ ਗਨਮੈਨਾਂ ਦੇ ਘੇਰੇ ਦੇ ਵਿੱਚ ਕੁਝ ਨਾ ਕੁਝ ਬੋਲ ਕੇ ਨਿਕਲ ਜਾਂਦੇ ਆ ਤੇ ਤਪੇ ਹੋਏ ਕਿਸਾਨ ਕਿਸੇ ਹੋਰ ਦਾ ਫੈਂਟਾ ਲਾ ਦਿੰਦੇ ਜਿਹਦਾ ਕਸੂਰ ਵੀ ਕੋਈ ਨਹੀਂ ਹੁੰਦਾ। ਇਹਦੇ ਕਰਕੇ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਹ ਕਹਿੰਦੇ ਵੀ 117 ਸੀਟਾਂ ਤੇ ਚੋਣ ਲੜ ਕੇ ਸਰਕਾਰ ਬਣਾਵਾਂਗੇ। ਆਪਾਂ ਨੂੰ 117 ਬੰਦੇ ਲੱਭਣਗੇ ਕਿਵੇਂ ਜੇ ਘਰਾਂ ਦੇ ਵਿੱਚ ਵੜੇ ਬੈਠੇ ਰਵਾਂਗੇ ਜਿਵੇਂ ਕੁੱਕੜ ਤਾੜੇ ਹੁੰਦੇ ਖੁੱਡੇ ਦੇ ਵਿੱਚ? ਤੇ ਸਾਡਾ ਬਣੂਗਾ ਕੀ ਜੇਕਰ ਅਸੀਂ ਬਾਹਰ ਹੀ ਨਾ ਨਿਕਲੇ? ਤੇ ਬਾਹਰ ਨਿਕਲਣ ਤੋਂ ਸਾਨੂੰ ਡਰ ਬਹੁਤ ਲੱਗਦਾ ਕਿਉਂਕਿ ਇਸ ਵਕਤ ਕਿਸਾਨੀ ਮਸਲੇ ਬਹੁਤ ਵੱਡੇ ਬੜੇ ਪਏ ਆ। ਸੋ ਗੱਲ ਅਨਿਲ ਜੋਸ਼ੀ ਦੀ ਆਪਣੀ ਥਾਂ ਦੇ ਉੱਤੇ ਠੀਕ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਬੀਜੇਪੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਬਾਅਦ ਪਾਰਟੀ ਦੇ ਅੰਦਰ ਕਲੇਸ਼ ਵੱਧ ਗਿਆ। ਜੋਸ਼ੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਲੰਮੇ ਹੱਥੀ ਲੈਂਦਿਆਂ ਅਸ਼ਵਨੀ ਸ਼ਰਮਾ ਦੇ ਕੋਲੋਂ ਹੀ ਅਸਤੀਫਾ ਮੰਗ ਲਿਆ। ਜੋਸ਼ੀ ਨੇ ਕਿਹਾ ਕਿ ਮੈਂ ਪੰਜਾਬ ਦੇ ਹਾਲਾਤ ਦੇ ਮੱਦੇਨਜ਼ਰ ਗੱਲ ਕੀਤੀ ਸੀ। ਪੰਜਾਬ ਦੀ ਲੀਡਰਸ਼ਿਪ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਦੀਆਂ ਭਾਵਨਾਵਾਂ ਕੇਂਦਰੀ ਲੀਡਰਸ਼ਿਪ ਤੱਕ ਪਹੁੰਚਾਉਣ ਦੇ ਵਿੱਚ ਫੇਲ ਰਹੀ ਹੈ। ਜੋਸ਼ੀ ਨੇ ਕਿਹਾ ਕਿ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਨੋਟਿਸ ਦਾ ਜਵਾਬ ਦੇਣਗੇ ਤੇ ਆਪਣੇ ਜਵਾਬ ਦੇ ਵਿੱਚ ਇਹਨਾਂ ਨੂੰ ਸਵਾਲ ਪੁੱਛਣਗੇ ਕਿ ਕੀ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਨਾ ਅਨੁਸ਼ਾਸਨਹੀਣਤਾ ਹੈ। ਜੋਸ਼ੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਭਾਜਪਾ ਦੀ ਬਿਹਤਰੀ ਦੀ ਗੱਲ ਕੀਤੀ ਹੈ ਤੇ ਕਦੇ ਵੀ ਪ੍ਰਧਾਨ ਮੰਤਰੀ ਤੇ ਖੇਤੀ ਕਾਨੂੰਨਾਂ ਖਿਲਾਫ ਗੱਲ ਨਹੀਂ ਕੀਤੀ। ਜੋਸ਼ੀ ਨੇ ਕਿਹਾ ਕਿ ਜਿਹੜੇ ਲੋਕ ਉਹਨਾਂ ਨੂੰ ਨੋਟਿਸ ਭੇਜ ਰਹੇ ਨੇ ਉਹਨਾਂ ਨੇ ਕਦੇ ਬੂਥ ਤੱਕ ਨਹੀਂ ਜਿੱਤਿਆ, ਜਦ ਕਿ ਉਹ ਪਿਛਲੇ 37 ਸਾਲ ਤੋਂ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਦੇ ਆਏ ਨੇ। ਜੋਸ਼ੀ ਨੇ ਕਿਹਾ ਕਿ ਉਹਨਾਂ ਖਿਲਾਫ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਸਾਜ਼ਿਸ਼ਾਂ ਹੋ ਰਹੀਆਂ ਨੇ। ਜੋਸ਼ੀ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ ਤੇ ਭਵਿੱਖ ਦੇ ਵਿੱਚ ਉਹੀ ਫੈਸਲਾ ਲੈਣਗੇ ਜੋ ਲੋਕਾਂ ਨੂੰ ਮਨਜ਼ੂਰ ਹੋਵੇਗਾ। ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਭਾਜਪਾ ਆਗੂਆਂ ਵੱਲੋਂ ਉਹਨਾਂ ਦੇ ਹਲਕੇ ਦੇ ਵਿੱਚ ਹੋ ਰਹੀ ਦਖਲ ਅੰਦਾਜ਼ੀ ਦੇ ਉੱਤੇ ਕਿਹਾ ਗਿਆ ਕਿ ਹਰੇਕ ਦਾ ਅਧਿਕਾਰ ਹੈ, ਪਰ ਲੋਕ ਉਸ ਦੇ ਨਾਲ ਖੜਨਗੇ ਜਿਹੜਾ ਲੋਕਾਂ ਦੇ ਨਾਲ ਖੜੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪਿਛਲੇ ਕੁਝ ਮਹੀਨਿਆਂ ਤੋਂ ਅਨਿਲ ਜੋਸ਼ੀ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਆ, ਮੈਨੂੰ ਜ਼ਾਤੀ ਤੌਰ ਦੇ ਉੱਤੇ ਜਾਪਦਾ ਕਿ ਇਹ ਬੀਜੇਪੀ ਦੇ ਖਿਲਾਫ ਨਹੀਂ ਆ। ਉਹਦਾ ਕਾਰਨ ਇਹ ਆ ਵੀ ਅਸੀਂ ਅਨਿਲ ਜੋਸ਼ੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਜੀ ਕਿ ਮੈਂ ਬੀਜੇਪੀ ਦਾ ਖੈਰ ਖੁਆਹ, ਮੈਂ ਬੀਜੇਪੀ ਦੀ ਸੁੱਖ ਮੰਗਣ ਵਾਲਾ, ਮੈਂ ਕਦੇ ਵੀ ਬੀਜੇਪੀ ਦਾ ਬੁਰਾ ਨਹੀਂ ਚਾਹਿਆ। ਇਸੇ ਕਰਕੇ ਤਾਂ ਮੈਂ ਬੇਨਤੀ ਕਰਦਾ ਜੀ ਕਿ ਅਸੀਂ ਬਾਹਰ ਨਿਕਲ ਕੇ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਆ
ਕਿਸਾਨੀ ਮਸਲਾ ਹੱਲ ਕੀਤਾ ਜਾਵੇ, ਭਰੋਸੇ ਦੇ ਵਿੱਚ ਕਿਸਾਨ ਲਏ ਜਾਣ, ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ, ਰੈਲੀਆਂ ਕਰੀਏ, ਮੀਟਿੰਗਾਂ ਕਰੀਏ, ਲੋਕਾਂ ਤੱਕ ਜਾਈਏ ਤੇ ਪਾਰਟੀ ਨੂੰ ਆਉਂਦੇ ਸਮੇਂ ਦੇ ਵਿੱਚ ਜਿਤਾਈਏ। ਕੀ ਇਹ ਸੰਭਵ ਹੋ ਸਕਦਾ ਵੀ 117 ਬੰਦੇ ਖੜੇ ਕਰਤੇ ਮੰਨ ਲਓ ਬੀਜੇਪੀ ਨੇ, ਉਹ ਘਰਾਂ ਦੇ ਵਿੱਚ ਕੁੰਡੇ ਲਾ ਕੇ ਬੈਠੇ ਵੀ ਬਾਹਰ ਨਿਕਲੇ ਤਾਂ ਫੈਂਟਾ ਲੱਗੂਗਾ ਤੇ ਇਉਂ ਆਪਾਂ ਕਿਵੇਂ ਜਿੱਤ ਲਾਂਗੇ? ਇਸ ਕਰਕੇ ਅਸੀਂ ਤਾਂ ਪਾਰਟੀ ਦੇ ਖੈਰ ਖਵਾ, ਅਸੀਂ ਪਾਰਟੀ ਦੇ ਕੋਈ ਦੋਖੀ ਨਹੀਂ ਆ। ਉਹਨਾਂ ਨੇ ਇਹ ਗੱਲ ਵਾਰ-ਵਾਰ ਕਹੀ ਹੈ ਵੀ ਜੇਕਰ ਪਾਰਟੀ ਮਜ਼ਬੂਤ ਕਮਰਿਆਂ ਦੇ ਵਿੱਚ ਬੈਠਿਆਂ ਨਾਲ ਹੋ ਸਕਦੀ ਹੈ, ਬਾਹਰ ਗਨਮੈਨ ਲਾ ਦਿਓ, ਅੰਦਰ ਡਰਦੇ ਹੋਏ ਨੇਤਾ ਬੈਠੇ ਆ ਤੇ ਇਹ ਗੱਲ ਕਹੀ ਜਾਏਗੀ ਕਿ ਪਾਰਟੀ ਬੰਬ ਬੁਲਾ ਦੂਗੀ, ਪਾਰਟੀ ਕਮਾਲਾਂ ਕਰ ਲੂਗੀ, ਪਾਰਟੀ ਨੇ ਸਿਰਾ ਲਾ ਦੇਣਾ, 117 ਸੀਟਾਂ ਜਿੱਤਾਂਗੇ, ਪੰਜਾਬ 'ਚ ਸਰਕਾਰ ਬਣਾਵਾਂਗੇ। ਇਹ ਗੱਲ ਸੰਭਵ ਕਿਵੇਂ ਹੋ ਸਕਦੀ ਹੈ? ਪ੍ਰਧਾਨ ਮੰਤਰੀ ਸਾਹਿਬ ਤੱਕ ਉਹਨਾਂ ਨੇ ਕਿਹਾ ਜੀ ਕਿ ਇਹ ਗੱਲ ਪਹੁੰਚਾਉਣੀ ਬੜੀ ਜ਼ਰੂਰੀ ਹੈ ਵੀ ਪੰਜਾਬ ਦੇ ਵਿੱਚ ਆਪਣੇ ਪੈਰ ਨਹੀਂ ਲੱਗਣੇ ਅੱਜ ਦੀ ਤਰੀਕ ਦੇ ਮੁਤਾਬਕ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਮਿਤ ਸ਼ਾਹ ਤੇ JP ਨੱਡਾ ਤੱਕ ਇਹ ਗੱਲ ਪਹੁੰਚਾਉਣੀ ਬੇਹੱਦ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਪੰਜਾਬ ਨੂੰ ਅਸੀਂ ਕਦੇ ਵੀ ਫਤਿਹ ਨਹੀਂ ਕਰ ਸਕਦੇ ਜਿਸ ਤਰੀਕੇ ਦੇ ਅੱਜ ਹਾਲਾਤ ਬਣੇ ਹੋਏ ਆ। ਪਰ ਇਹ ਸਾਰੀਆਂ ਗੱਲਾਂ ਕਹਿਣ ਦੇ ਕਰਕੇ ਪਾਰਟੀ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ, ਪਾਰਟੀ ਦੀ ਮਜ਼ਬੂਤੀ ਦੇ ਲਈ ਫਿਕਰ ਕੀਤਾ। ਪਰ ਮੈਨੂੰ ਜੇਕਰ ਨੋਟਿਸ ਜਾਰੀ ਹੁੰਦੇ ਆ ਤਾਂ ਜਿਹੜੇ ਲੋਕ ਮੈਨੂੰ ਨੋਟਿਸ ਜਾਰੀ ਕਰਦੇ ਕਾਰਨ ਦੱਸੋ, ਨੋਟਿਸ ਉਹਨਾਂ ਦਾ ਆਪਣਾ ਵਜੂਦ ਕੀ ਆ, ਫਿਰ ਉਹ ਇਹਦੇ ਬਾਰੇ ਦੱਸ ਦੇਣ। ਸੋ ਕਹਿਣ ਦਾ ਭਾਵ ਇਹ ਹੈ ਕਿ BJP ਦੀ ਬੇਸ਼ੱਕ ਪੰਜਾਬ ਇਕਾਈ ਹੋਵੇ, ਬੇਸ਼ੱਕ ਕੇਂਦਰ ਦੇ ਨਾਲ ਸੰਬੰਧਿਤ ਕੁਝ ਹੋਵੇ, ਬੇਸ਼ੱਕ ਕਿਸੇ ਹੋਰ ਸੂਬੇ ਦੇ ਵਿੱਚ ਕੋਈ ਨੇਤਾ ਹੋਵੇ, ਜਿਹੜਾ ਵੀ ਨੇਤਾ ਪਾਰਟੀ ਦੇ ਖਿਲਾਫ ਇੱਕ ਵੀ ਬਿਆਨ ਦਿੰਦਾ ਤਾਂ ਉਹਦੇ ਖਿਲਾਫ ਪਾਰਟੀ ਦੇ ਸੀਨੀਅਰ ਨੇਤਾ ਹੱਥ ਧੋ ਕੇ ਪੈ ਜਾਂਦੇ ਆ, ਕਿਉਂਕਿ ਉਹਨਾਂ ਨੂੰ ਇਹ ਜਾਪਦਾ ਹੁੰਦਾ ਜੀ ਕਿ ਇਹ ਸਾਡੇ ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈ। ਜਦ ਕਿ ਮੈਂ ਸੋਚਦਾ ਜੀ ਕਿ ਆਲੋਚਨਾ ਕਰਨੀ ਚਾਹੀਦੀ ਹੈ, ਹਰ ਬੰਦੇ ਦੀ ਆਲੋਚਨਾ ਹੋਣੀ ਚਾਹੀਦੀ ਹੈ ਤਾਂ ਜੋ ਉਹਦੇ ਵਿਅਕਤੀਤਵ ਦੇ ਵਿੱਚ, ਉਹਦੇ ਕੰਮ ਦੇ ਵਿੱਚ ਹੋਰ ਵੀ ਨਿਖਾਰ ਆਵੇ। ਪਰ ਰਾਜਨੀਤਿਕ ਪਾਰਟੀਆਂ ਨੂੰ ਸਿਰਫ ਪਿਛਲ ਲੱਗ ਚਾਹੀਦੇ ਆ, ਰਾਜਨੀਤਿਕ ਪਾਰਟੀਆਂ ਨੂੰ ਬਹੁਤੀ ਵਾਰ ਤਾਂ ਝੋਲੀ ਚੌਕੀ ਚਾਹੀਦੇ ਆ, ਰਾਜਨੀਤਿਕ ਪਾਰਟੀਆਂ ਨੂੰ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਚਾਹੀਦੇ ਆ। ਮੈਨੂੰ ਇੱਕ ਵਾਰੀ ਇੱਕ ਰਾਜਨੀਤਿਕ ਵਿਅਕਤੀ ਨੇ ਦੱਸਿਆ, ਉਹ ਕਹਿੰਦਾ ਜੀ ਜਿਹੜੀ ਸਾਡੀ ਹਾਈ ਕਮਾਨ ਆ ਨਾ, ਉਹਦੇ ਵੱਲੋਂ ਤਾਂ ਇੱਕ ਵੀ ਸ਼ਬਦ ਇਹ ਨਹੀਂ ਸੁਣਿਆ ਜਾਂਦਾ ਵੀ ਭਾਈ ਫਲਾਣੇ ਸੂਬੇ ਦੇ ਵਿੱਚ ਆਪਣਾ ਹਾਲ ਮਾੜਾ। ਉਹ ਕਹਿੰਦੇ ਵੀ ਸਾਡੀ ਹਾਂ ਦੇ ਵਿੱਚ ਹਾਂ ਮਿਲਾਓ। ਜੇਕਰ ਬਾਹਰ ਮੀਂਹ ਪੈ ਰਿਹਾ ਤੇ ਉਹ ਕਹਿਣ ਨਾ ਧੁੱਪ ਬਹੁਤ ਤਿੱਖੀ ਨਿਕਲੀ ਪਈ ਹੈ, ਤੇ ਜੇ ਤਾਂ ਤੁਸੀਂ ਮਗਰ ਕਹਿਤਾ ਵੀ ਹਾਂ ਧੁੱਪ ਬਹੁਤ ਤਿੱਖੀ ਆ, 45 ਡਿਗਰੀ ਟੈਂਪਰੇਚਰ ਆ, ਮੈਨੂੰ ਆਪ ਨੂੰ ਗਿੱਚਗੋਂ ਲੈ ਕੇ ਗਿੱਟਿਆਂ ਤੱਕ ਮੁੜਕਾ ਆਇਆ ਪਿਆ, ਉਹ ਕਹਿੰਦੇ ਵੀ ਇਹ ਸਾਡਾ ਵਫਾਦਾਰ ਸਿਪਾਹੀ ਆ। ਪਰ ਜੇਕਰ ਤੁਸੀਂ ਇਹ ਗੱਲ ਕਹਿਤੀ ਵੀ ਦੇਖੋ ਚਿੱਕੜ ਕਿੰਨਾ ਹੋਇਆ ਪਿਆ, ਮੀਂਹ ਨੇ ਵੱਟ ਕੱਢੇ ਪਏ ਆ, ਗਲੀਆਂ ਨਾਲੀਆਂ ਪਾਣੀ ਦੀਆਂ ਭਰੀਆਂ ਪਈਆਂ, ਹੜ੍ਹ ਆ ਸਕਦੇ ਆ, ਫਿਰ ਉਹ ਕਹਿੰਦੇ ਵੀ ਤੇਰਾ ਬੜਾ ਦਿਮਾਗ ਕੰਮ ਕਰਦਾ, ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ, ਕੱਲ੍ਹ ਨੂੰ ਇਹ ਆਪਾਂ ਨੂੰ ਅੱਖਾਂ ਦਿਖਾਊਗਾ, ਇਹ ਤਾਂ ਅੱਜ ਹੀ ਆਪਣੀ ਗੱਲ ਨਹੀਂ ਮੰਨਦਾਗਾ। ਸੋ ਇਹਨਾਂ ਗੱਲਾਂ ਦੇ ਕਰਕੇ ਪਾਰਟੀਆਂ ਕਈ ਡੁੱਬ ਜਾਂਦੀਆਂ। ਕੋਈ ਵੀ ਪਾਰਟੀ ਨਾ ਡੁੱਬੇ, ਅਸੀਂ ਇਹਦੀ ਤਾਂ ਕਾਮਨਾ ਕਰਦੇ ਹਾਂ। ਪਰ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਸ ਪਾਰਟੀ ਨੂੰ ਪੱਕੇ ਪੈਰੀ ਕੀਤਾ, ਉਹਨਾਂ ਲੋਕਾਂ ਦੀਆਂ ਸਦਰਾਂ ਵੀ ਨਾ ਡੁੱਬਣ ਜਾਂ ਇਹ ਨਾ ਡੁੱਬਣ ਦੇਣ, ਇਹਦੇ ਬਾਰੇ ਵੀ ਸੋਚਣਾ ਵਿਚਾਰਨਾ ਬਣਦਾ। ਭਾਰਤ ਦੇ ਵਿੱਚ ਹਰ ਚੀਜ਼ ਇਸ ਵਕਤ ਕਰੋਨਾ ਮਹਾਮਾਰੀ ਤੋਂ ਬਾਅਦ ਖੁੱਲ੍ਹ ਰਹੀ ਹੈ। ਜਿਹੜੇ ਇਸ ਵਕਤ ਸਿਨੇਮੇ ਆ ਉਹ 50% ਲੋਕਾਂ ਦੇ ਨਾਲ ਖੁੱਲ੍ਹ ਰਹੇ ਆ, ਜਿਹੜੇ ਇਸ ਵਕਤ ਜਿੰਮ ਆ ਉਹ ਖੁੱਲ੍ਹ ਚੁੱਕੇ ਆ ਵੱਖ-ਵੱਖ ਸੂਬਿਆਂ ਦੇ ਵਿੱਚ, ਸੈਰ ਸਪਾਟੇ ਵਾਲੀਆਂ ਥਾਵਾਂ ਖੁੱਲ੍ਹ ਚੁੱਕੀਆਂ। ਲੋਕ ਹਿਮਾਚਲ ਦੇ ਵੱਲ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵਹੀਰਾਂ ਘੱਤ ਕੇ ਜਾ ਰਹੇ ਆ। ਭੀੜਾਂ ਹਰ ਥਾਂ ਦੇ ਉੱਤੇ, ਬਾਜ਼ਾਰਾਂ ਦੇ ਵਿੱਚ ਵੀ ਆ, ਬੱਸ ਅੱਡਿਆਂ ਦੇ ਵਿੱਚ ਵੀ ਆ, ਰੇਲਵੇ ਸਟੇਸ਼ਨਾਂ ਦੇ ਉੱਤੇ ਵੀ ਆ, ਸਕੂਲ ਕਾਲਜ ਯੂਨੀਵਰਸਿਟੀਆਂ ਖੁੱਲ੍ਹ ਚੁੱਕੀਆਂ। ਪਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਲੇ ਤੱਕ ਨਹੀਂ ਖੁੱਲ੍ਹਿਆ? ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਲੰਮਾ ਸਮਾਂ ਹੋ ਗਿਆ, ਲਗਭਗ 1.5 ਸਾਲ ਦਾ ਸਮਾਂ ਹੋ ਚੱਲਿਆ, ਹਾਲੇ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਕੇਂਦਰ ਦੀ ਸਰਕਾਰ ਦੇ ਵੱਲੋਂ ਵਿਚਾਰ ਵੀ ਨਹੀਂ ਕੀਤਾ ਗਿਆ। ਇਹਦੇ ਪਿੱਛੇ ਵਜ੍ਹਾ ਕੀ ਹੈ? ਕੀ ਕੇਂਦਰ ਦੀ ਸਰਕਾਰ ਨੇ ਅਣਮੰਨੇ ਮਨ ਦੇ ਨਾਲ ਪਹਿਲਾਂ ਇਹ ਲਾਂਘਾ ਖੋਲ੍ਹਿਆ ਸੀ? ਕੀ ਕੇਂਦਰ ਦੀ ਸਰਕਾਰ ਨੂੰ ਜੋ ਆਸਾਂ ਸੀ ਉਹਦੇ ਉੱਤੇ ਲੋਕ ਖਰੇ ਨਹੀਂ ਉਤਰੇ, ਜਾਂ ਜੋ ਵਟਤ ਦੀ ਆਸ ਸੀ, ਜੋ ਮੈਨੇਜਮੈਂਟ ਦੀ ਆਸ ਸੀ, ਜੋ ਭੱਲ ਖੱਟਣ ਦੀ ਆਸ ਸੀ, ਉਹਦੇ ਉੱਤੇ ਪੰਜਾਬੀਆਂ ਨੇ ਕੰਮ ਨਹੀਂ ਕੀਤਾ ਗਾ? ਜੋ ਸਿੱਖ ਭਾਈਚਾਰੇ ਤੋਂ ਆਸ ਕਰਦੀ ਸੀ ਹਾਈਕਮਾਨ, ਕੀ ਕੇਂਦਰ ਦੀ ਸਰਕਾਰ ਨੂੰ ਉਹਦੇ ਤੋਂ ਆਸਾਂ ਜੋ ਸੀ ਉਹ ਪੂਰੀਆਂ ਨਹੀਂ ਹੋਈਆਂ? ਇਹਦੇ ਪਿੱਛੇ ਵਜ੍ਹਾ ਕੀ ਹੈ? ਬੀਬੀ ਜਗੀਰ ਕੌਰ ਨੇ ਲੰਘੇ ਕੱਲ੍ਹ ਇਹ ਗੱਲ ਕਹੀ ਹੈ ਵੀ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਸੋਚਦੀ ਕਿਉਂ ਨਹੀਂ? ਕਿਉਂਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ, ਸਮੁੱਚੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੇ ਮਨ ਦੇ ਵਿੱਚ ਸ਼ਰਧਾ, ਉਹ ਚਾਹੁੰਦੇ ਜੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈਏ, ਉੱਥੇ ਨਤਮਸਤਕ ਹੋ ਕੇ ਆਈਏ। ਪਰ ਉਹ ਕਿਹੜੇ ਕਾਰਨ ਇਹਦੇ ਬਾਰੇ ਕੇਂਦਰ ਜਵਾਬ ਦੇਵੇ ਕਿ ਇਹ ਲਾਂਘਾ ਖੋਲ੍ਹਣ ਦੀ ਹਾਲੇ ਤੱਕ ਗੱਲ ਹੀ ਨਹੀਂ ਕੀਤੀ ਜਾ ਰਹੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਨਾ ਖੋਲ੍ਹਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਨੇ ਕਿਹਾ ਕਿ ਇੰਝ ਲੱਗਦਾ ਜਿਵੇਂ ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਵਿਚਲੇ ਅਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੀ ਖੋਲ੍ਹਿਆ ਸੀ। ਜੇਕਰ ਸਰਕਾਰ ਇਸ ਸੰਬੰਧੀ ਸੰਜੀਦਾ ਹੁੰਦੀ ਤਾਂ ਲੰਮੇ ਸਮੇਂ ਤੋਂ ਬੰਦ ਪਿਆ ਲਾਂਘਾ ਮੁੜ ਖੋਲ੍ਹਣ ਦੀ ਪਹਿਲ ਕਦਮੀ ਕਰਦੀ। ਉਹਨਾਂ ਨੇ ਕਿਹਾ ਕਿ ਹੁਣ ਜਦੋਂ ਧਾਰਮਿਕ ਅਸਥਾਨ ਤੇ ਹੋਰ ਜਨਤਕ ਥਾਵਾਂ ਖੋਲ੍ਹੀਆਂ ਜਾ ਚੁੱਕੀਆਂ ਨੇ ਤਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ ਕਰੋਨਾ ਦਾ ਬਹਾਨਾ ਨਹੀਂ ਚਾਹੀਦਾ।
ਬੀਬੀ ਜਗੀਰ ਕੌਰ ਨੇ ਅੰਮ੍ਰਿਤਸਰ ਦੇ ਕਸਬਾ ਰਾਮਦਾਸ ਦੇ ਵਿੱਚ ਬਾਬਾ ਬੁੱਢਾ ਜੀ ਦੇ ਪਾਵਨ ਅਸਥਾਨ ਵਿੱਚ ਲੰਗਰ ਹਾਲ ਤੇ ਦੀਵਾਨ ਹਾਲ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਸਰਕਾਰ ਨੂੰ ਤੁਰੰਤ ਖੋਲ੍ਹਣਾ ਚਾਹੀਦਾ ਕਿਉਂਕਿ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਨਾਲ ਬਾਕੀ ਸਭ ਥਾਵਾਂ ਖੁੱਲ੍ਹ ਗਈਆਂ, ਗੁਰਦੁਆਰੇ ਵੀ ਖੁੱਲ੍ਹ ਗਏ, ਮੰਦਿਰ ਵੀ ਖੁੱਲ੍ਹ ਗਏ, ਡੇਰੇ ਵੀ ਖੁੱਲ੍ਹ ਗਏ, ਮਸਜਿਦਾਂ ਵੀ ਖੁੱਲ੍ਹ ਗਈਆਂ, ਗਿਰਜਾ ਘਰ ਵੀ ਖੁੱਲ੍ਹ ਗਏ, ਤਾਂ ਫਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਹੜੀ ਗੱਲੋਂ ਨਹੀਂ ਖੋਲ੍ਹਿਆ ਜਾ ਰਿਹਾ? ਸਵਾਲ ਇਹ ਆਪਣੀ ਥਾਂ ਦੇ ਉੱਤੇ ਵਾਜਬ ਹੈ। ਕੀ ਕੇਂਦਰ ਦੀ ਸਰਕਾਰ ਨੂੰ ਇਹ ਜਾਪਦਾ ਸੀ ਕਿ ਜੇਕਰ ਅਸੀਂ ਇਹ ਲਾਂਘਾ ਖੋਲ੍ਹ ਦਿੰਦੇ ਹਾਂ ਤਾਂ ਸਿੱਖ ਭਾਈਚਾਰਾ ਸਾਨੂੰ ਆਪਣੇ ਮਨ ਦੇ ਵਿੱਚ ਵਸਾ ਲਊਗਾ? ਉਹ ਉਹਨਾਂ ਦੀ ਇੱਛਾ ਦੀ ਪੂਰਤੀ ਨਹੀਂ ਹੋਈ ਕਿਉਂਕਿ ਕਿਸਾਨ ਅੰਦੋਲਨ ਚੱਲ ਪਿਆ। ਕੀ ਇਸ ਹਰਖ ਦੇ ਵਿੱਚ ਹੀ ਦੁਬਾਰਾ ਲਾਂਘਾ ਨਹੀਂ ਖੋਲ੍ਹਿਆ ਜਾ ਰਿਹਾ? ਇਹਦੇ ਬਾਬਤ ਲੋਕਾਂ ਦੇ ਕਈ ਤਰ੍ਹਾਂ ਦੇ ਵਿਚਾਰ ਆ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਵੀ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਉਬਾਲ ਹੈ, ਇਸ ਗੱਲ ਦਾ ਦੁੱਖ ਹੈ ਵੀ ਸਿੱਖਾਂ ਨੇ ਸਾਡੀ ਕਦਰ ਨਹੀਂ ਪਾਈ, ਤੇ ਕਦਰ ਕੱਲਾ ਲਾਂਘਾ ਖੋਲ੍ਹਣ ਦੇ ਕਰਕੇ ਥੋੜ੍ਹੀ ਪੈਣੀ ਹੈ। ਤੁਸੀਂ ਮਨੁੱਖਤਾ ਦੀ ਸੇਵਾ ਦੀ ਗੱਲ ਕਰੋ। ਤੁਸੀਂ ਲਾਂਘਾ ਖੋਲ੍ਹਿਆ, ਧੰਨਵਾਦ, ਪਰ ਇਹਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਤਪਾਇਆ ਹੋਇਆ ਇਹਨੂੰ ਕਿਵੇਂ ਭੁੱਲ ਲਿਆ ਜਾਵੇ? ਸੋ ਕੇਂਦਰ ਦੀ ਸਰਕਾਰ ਨੂੰ ਬਾਕੀ ਸਾਰੀਆਂ ਗੱਲਾਂ ਦਰਕਿਨਾਰ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਣਾ ਚਾਹੀਦਾ। ਜੋ ਗੱਲਾਂ ਰਾਜਨੀਤਿਕ ਤੌਰ ਦੇ ਉੱਤੇ ਆ ਉਹਨਾਂ ਨੂੰ ਪਰੇ ਕਰਕੇ ਕਿਸਾਨੀ ਮਸਲੇ ਹੱਲ ਵੀ ਕਰਨੇ ਚਾਹੀਦੇ ਆ। ਸਾਰੇ ਭਾਰਤ ਦੇ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ, ਇਕੱਲੇ ਪੰਜਾਬੀਆਂ ਦੇ ਵੀ ਕਿਉਂ? ਹਰ ਗੱਲ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ, ਸੂਬਾਈ ਸਰਕਾਰਾਂ ਨੂੰ ਜਵਾਬਦੇਹ ਹੋਣਾ ਚਾਹੀਦਾ, ਜਿਹੜੀਆਂ ਕਿ ਹਾਲੇ ਤੱਕ ਨਹੀਂ ਆ ਜਵਾਬਦੇਹ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।